Very good morning, students. Beta 5th class, welcome to online classes of Century International School. ਬੇਟਾ ਅੱਜ ਆਪਾਂ ਇਨਵਾਇਰਮੈਂਟਲ ਸਟੱਡੀਜ਼ ਦਾ 5th ਕਲਾਸ ਦਾ ਬੇਟਾ ਜੀ 5th ਚੈਪਟਰ ਕਰਨ ਜਾ ਰਹੇ ਹਾਂ। ਠੀਕ ਹੈ ਜੀ। ਪਿਛਲੇ ਹਫਤੇ ਸੈਟਰਡੇ ਆਪਣੀ ਜਿਹੜੀ ਹੈ ਉਹ ਗੂਗਲ ਮੀਟ ਤੇ ਕਲਾਸ ਲੱਗੀ ਸੀ। ਠੀਕ ਹੈ ਜੀ। ਉਸ ਦਿਨ ਤੋਂ ਬਾਅਦ ਅੱਜ ਜਿਹੜਾ ਹੈ ਆਪਾਂ 5th ਚੈਪਟਰ ਕਰਨ ਜਾ ਰਹੇ ਹਾਂ ਫੂਡ ਪ੍ਰੋਡਕਸ਼ਨ। ਠੀਕ ਹੈ ਜੀ। ਫੂਡ ਪ੍ਰੋਡਕਸ਼ਨ ਮਤਲਬ ਅਨਾਜ ਦੀ ਪੈਦਾਵਾਰ। ਠੀਕ ਹੈ ਜੀ। ਫੂਡ ਮਤਲਬ ਭੋਜਨ, ਅਨਾਜ, ਪ੍ਰੋਡਕਸ਼ਨ ਦਾ ਮਤਲਬ ਹੈ ਪੈਦਾਵਾਰ। ਠੀਕ ਹੈ ਜੀ। ਅਨਾਜ ਦੀ ਪੈਦਾਵਾਰ ਉਹਦੇ ਬਾਰੇ ਆਪਾਂ ਪੜ੍ਹਾਂਗੇ ਜੀ। ਸਭ ਤੋਂ ਪਹਿਲਾਂ ਬਿਗਨਿੰਗ ਆਫ ਐਗਰੀਕਲਚਰ। ਐਗਰੀਕਲਚਰ ਜਿਹੜਾ ਹੈ ਖੇਤੀਬਾੜੀ ਸ਼ੁਰੂ ਕਿੱਦਾਂ ਹੋਈ। In earlier times, man was a hunter and food gatherer. He used to wander from one place to from place to place in search of food. After the discovery of cultivation, he became a food producer. He learned to sow seeds, water them, and wait for them to ripen. He settled down at one place and learned to live in groups. He domesticated animals like cow, goat, and sheep for household use and farming. This was the beginning of agriculture, the branch of science which deals with the method of food production is known as agriculture. ਬੇਟਾ ਜੀ ਫਸਟ ਪੈਰਾਗ੍ਰਾਫ ਦੇ ਵਿੱਚ ਤੁਹਾਨੂੰ ਦੱਸਿਆ ਗਿਆ ਹੈ ਕਿ ਪੁਰਾਣੇ ਸਮਿਆਂ ਦੇ ਵਿੱਚ ਇਨ ਅਰਲੀ ਟਾਈਮਸ ਜਿਹੜਾ ਇਨਸਾਨ ਹੈ ਉਹ ਸ਼ਿਕਾਰੀ, ਹੰਟਰ ਮੀਨਸ ਸ਼ਿਕਾਰੀ ਹੁੰਦਾ ਸੀ ਅਤੇ ਫੂਡ ਖਾਣੇ ਦੀ ਭਾਲ ਦੇ ਵਿੱਚ ਇੱਧਰ ਉੱਧਰ ਭੱਜਿਆ ਫਿਰਦਾ ਰਹਿੰਦਾ ਸੀ। ਫਿਰ ਜਦੋਂ ਕਲਟੀਵੇਸ਼ਨ ਦੀ ਡਿਸਕਵਰੀ ਹੋ ਗਈ, ਮਤਲਬ ਕਿ ਉਹਨਾਂ ਨੂੰ ਖਾਣਾ ਉਗਾਉਣ ਦੀ ਜਾਚ ਆ ਗਈ, ਤਾਂ ਉਹ ਫੂਡ ਪ੍ਰੋਡਿਊਸਰ ਬਣ ਗਿਆ ਜੀ। ਖਾਣਾ ਪੈਦਾ ਕਰਨ ਦੀ ਜਾਚ ਉਹਨੂੰ ਆ ਗਈ। ਫਿਰ ਉਹਨੂੰ ਬੀਜ ਬੀਜਣ ਦੀ ਜਾਚ ਆ ਗਈ, ਉਹਨਾਂ ਨੂੰ ਪਾਣੀ ਦੇਣ ਦੀ ਜਾਚ ਆ ਗਈ। ਫਿਰ ਪਾਣੀ ਦੇਣ ਤੋਂ ਬਾਅਦ ਉਹ ਵੇਟ ਵੀ ਕਰਨ ਲੱਗ ਪਿਆ ਕਿ ਫੂਡ ਜਿਹੜਾ ਉਹ ਪੱਕਣਾ ਵੀ ਹੈ। ਠੀਕ ਹੈ। ਫਿਰ ਉੱਥੇ ਸੈਟਲ ਡਾਊਨ ਹੋ ਗਿਆ, ਜਿੱਥੇ ਉਹਨੇ ਫਸਲਾਂ ਬੀਜੀਆਂ ਸੀ ਉੱਥੇ ਸੈਟਲ ਡਾਊਨ ਹੋ ਗਿਆ, ਉਹਦੀ ਸਾਂਭ ਸੰਭਾਲ ਕਰਨ ਲੱਗ ਪਿਆ। ਠੀਕ ਹੈ। ਅਤੇ ਉਹਨੇ ਗਰੁੱਪਸ ਦੇ ਵਿੱਚ ਰਹਿਣਾ ਸਿੱਖ ਲਿਆ ਇਨਸਾਨ ਨੇ। ਫਿਰ ਉਹਨੇ ਕੀ ਕੀਤਾ, ਇਨਸਾਨ ਨੇ ਜਿਹੜਾ ਅਰਲੀ ਹਿਊਮਨ ਹੈ ਉਹਨੇ ਕਾਓ ਜਿਵੇਂ ਕਿ ਗਾਂ, ਬੱਕਰੀ, ਭੇਡ, ਇਹਨਾਂ ਨੂੰ ਆਪਣੇ ਡੋਮੈਸਟੀਸਾਈਡ ਮਤਲਬ ਕਿ ਇਹਨਾਂ ਨੂੰ ਆਪਣੇ ਘਰਾਂ ਦੇ ਵਿੱਚ ਰੱਖ ਕੇ ਵਰਤਣਾ ਸ਼ੁਰੂ ਕਰ ਦਿੱਤਾ। ਇਹਨਾਂ ਤੋਂ ਖੇਤੀਬਾੜੀ ਦੇ ਨਾਲ ਰਿਲੇਟਡ ਕੰਮ ਲੈਣੇ ਸ਼ੁਰੂ ਕਰ ਦਿੱਤੇ। ਇਹ ਸੀ ਐਗਰੀਕਲਚਰ ਦੀ ਬਿਗਨਿੰਗ। ਠੀਕ ਹੈ ਜੀ। ਅਤੇ ਐਗਰੀਕਲਚਰ ਕੀ ਹੁੰਦਾ ਹੈ ਜੀ। ਐਗਰੀਕਲਚਰ ਦੀ ਜਿਹੜੀ ਮਾਡਰਨ ਡੈਫੀਨੇਸ਼ਨ ਹੈ ਉਹ ਇਹ ਹੈ ਕਿ ਸਾਇੰਸ ਦੀ ਉਹ ਜਿਹੜੀ ਬ੍ਰਾਂਚ ਜਿਹੜੀ ਕਿ ਫੂਡ ਪ੍ਰੋਡਿਊਸ ਕਰਨ ਦੇ ਵੱਖਰੇ ਵੱਖਰੇ ਮੈਥਡਸ ਦੇ ਨਾਲ ਜਿਹੜਾ ਹੈ ਉਹਦੀ ਸਾਇੰਸ ਹੈ, ਉਹਦੇ ਨਾਲ ਡੀਲ ਕਰਦੀ ਹੈ, ਉਹਨੂੰ ਆਪਾਂ ਕੀ ਕਹਿ ਦਿੰਦੇ ਹਾਂ, ਐਗਰੀਕਲਚਰ। ਫੂਡ ਪ੍ਰੋਡਕਸ਼ਨ ਦੀ ਸਾਇੰਸ ਜਿਹੜੀ ਹੈ ਉਹਨੂੰ ਆਪਾਂ ਐਗਰੀਕਲਚਰ ਕਹਿ ਦਿੰਦੇ ਹਾਂ। ਠੀਕ ਹੈ ਜੀ। ਉਸ ਤੋਂ ਬਾਅਦ ਹੈ ਕਲਟੀਵੇਸ਼ਨ ਆਫ ਕ੍ਰੌਪਸ, ਫਸਲਾਂ ਦੀ ਜਿਹੜੀ ਆ ਉਹ ਕਲਟੀਵੇਸ਼ਨ। ਠੀਕ ਹੈ ਜੀ। Different types of plants have different requirements. Paddy grows well in water, while cactus require very little water. When plants are cultivated on a large scale, their requirements are taken into consideration to increase their productivity. The plants of same kind grown at one place on a large scale are collectively referred to as crop. The land where plants cultivated is called field. All crops cannot be grown everywhere and all the time. They are grown according to the climate, nature of soil, and availability of water at the place. When we obtain from what we obtain from crop is called produce. ਠੀਕ ਹੈ ਜੀ। ਬੇਟਾ ਕਲਟੀਵੇਸ਼ਨ ਆਫ ਕ੍ਰੌਪ ਦੇ ਵਿੱਚ ਦੱਸਿਆ ਹੋਇਆ ਹੈ ਕਿ ਅਲੱਗ ਅਲੱਗ ਤਰ੍ਹਾਂ ਦੇ ਪਲਾਂਟਸ ਦੀ ਜਿਹੜੀ ਅਲੱਗ ਅਲੱਗ ਰਿਕੁਆਇਰਮੈਂਟ ਹੈ। ਠੀਕ ਹੈ ਜੀ।
ਜਿਵੇਂ ਹੁਣ ਆਪਾਂ ਕਣਕਾਂ ਵੱਢ ਕੇ ਸਾਰੇ ਜਾਣੇ ਵਿਹਲੇ ਹੋਏ ਆ, ਠੀਕ ਹੈ ਜੀ। ਕਣਕ ਜਿਹੜੀ ਆ ਉਹ ਕਿਹੜੇ ਮੌਸਮ ਦੇ ਵਿੱਚ ਬੀਜਦੇ ਆਪਾਂ? ਸਰਦੀਆਂ ਦੇ ਮੌਸਮ ਦੇ ਵਿੱਚ ਬੀਜਦੇ ਹਾਂ ਜੀ, ਠੀਕ ਹੈ ਜੀ। ਅਤੇ ਕਣਕ ਨੂੰ ਵੱਢਦੇ ਕਦੋਂ ਆ? ਜਦੋਂ ਗਰਮੀਆਂ ਸਟਾਰਟ ਹੁੰਦੀਆਂ ਨੇ, ਗਰਮੀਆਂ ਦੇ ਵਿੱਚ ਵੱਢਦੇ ਹਾਂ। ਇਸੇ ਤਰ੍ਹਾਂ ਜਿਹੜੀ ਪੈਡੀ, ਜਿਹਨੂੰ ਝੋਨਾ ਕਹਿ ਦਿੰਦੇ ਆ, ਝੋਨਾ ਜਿਹੜਾ ਹੈ ਉਹ ਆਪਾਂ ਗਰਮੀਆਂ ਦੇ ਵਿੱਚ ਬੀਜਦੇ ਹਾਂ ਜੀ, ਠੀਕ ਹੈ ਜੀ। ਇਸੇ ਤਰ੍ਹਾਂ ਪਾਣੀ, ਹੁਣ ਜਦੋਂ ਆਪਾਂ ਝੋਨਾ ਲਾਉਂਦੇ ਆ ਤਾਂ ਪਾਣੀ ਜਿਹੜਾ ਹੈ ਉਹ ਪਹਿਲਾਂ ਖੇਤਾਂ ਦੇ ਵਿੱਚ ਬੜਾ ਜ਼ਿਆਦਾ ਪਾਣੀ ਜਮ੍ਹਾਂ ਕਰਦੇ ਹਾਂ, ਪਾਣੀ ਦੇ ਵਿੱਚ ਜਿਹੜਾ ਝੋਨਾ ਲਗਾਇਆ ਜਾਂਦਾ ਹੈ, ਠੀਕ ਹੈ ਜੀ। ਪਰ ਕਣਕ ਹੈ ਜਿਹੜੀ ਉਹ ਇਸ ਤਰ੍ਹਾਂ ਨਹੀਂ ਬੀਜੀ ਜਾਂਦੀ, ਠੀਕ ਹੈ ਜੀ। ਕਣਕ ਹੈ ਜਿਹੜੀ ਉਹ ਆਪਾਂ ਆਪਣਾ ਖੇਤਾਂ ਨੂੰ ਵਾਹ ਕੇ ਅਤੇ ਉਹਦੇ ਵਿੱਚ ਕਣਕ ਦਾ ਸਿੱਧਾ ਹੀ ਛੱਟਾ ਦੇ ਦਿੱਤਾ ਜਾਂਦਾ ਹੈ, ਪਾਣੀ ਦੇਣ ਦੀ ਬਾਅਦ ਵਿੱਚ ਲੋੜ ਪੈਂਦੀ ਹੈ। ਪਰ ਜਦੋਂ ਝੋਨਾ ਲਾਉਣਾ ਹੁੰਦਾ ਹੈ ਤਾਂ ਪਾਣੀ ਆਪਾਂ ਨੂੰ ਪਹਿਲਾਂ ਖੇਤਾਂ ਦੇ ਵਿੱਚ ਜਮ੍ਹਾਂ ਕਰਨਾ ਪੈਂਦਾ ਹੈ, ਠੀਕ ਹੈ ਜੀ। ਇਸੇ ਤਰ੍ਹਾਂ ਉਹ ਕਹਿ ਰਹੇ ਨੇ ਕਿ ਅਲੱਗ-ਅਲੱਗ ਫਸਲਾਂ ਨੂੰ ਪਾਣੀ ਦੀ ਅਲੱਗ-ਅਲੱਗ ਤਰ੍ਹਾਂ ਨਾਲ ਜ਼ਰੂਰਤ ਪੈਂਦੀ ਆ, ਠੀਕ ਹੈ ਜੀ। ਓਕੇ, ਕਈ ਪਲਾਂਟਸ ਨੂੰ ਜ਼ਿਆਦਾ ਚਾਹੀਦਾ ਹੈ ਪਾਣੀ, ਕਈਆਂ ਨੂੰ ਘੱਟ ਚਾਹੀਦਾ ਹੈ। ਹੁਣ ਉਹ ਕਹਿ ਰਿਹਾ ਕਰੌਪ ਕੀ ਹੁੰਦੀਆਂ ਨੇ? ਜਦੋਂ ਇੱਕ ਹੀ ਤਰ੍ਹਾਂ ਦੀ ਫਸਲ ਨੂੰ ਬੜੇ ਜ਼ਿਆਦਾ ਵੱਡੇ ਲਾਰਜ ਸਕੇਲ 'ਤੇ ਉਗਾਇਆ ਜਾਵੇ ਤਾਂ ਉਹਨੂੰ ਆਪਾਂ ਕਹਿ ਦਿੰਦੇ ਹਾਂ ਕਰੌਪ। ਅਤੇ ਜਿਹੜੀ ਜਿਸ ਜਗ੍ਹਾ ਦੇ ਉੱਪਰ ਆਪਾਂ ਕਰੌਪ ਉਗਾਉਂਦੇ ਹਾਂ ਉਸ ਜਗ੍ਹਾ ਨੂੰ ਕੀ ਕਹਿ ਦਿੰਦੇ ਹਾਂ? ਫੀਲਡ, ਮਤਲਬ ਖੇਤ, ਠੀਕ ਹੈ ਜੀ। ਸਾਰੀਆਂ ਕਰੌਪਸ ਨੂੰ ਆਪਾਂ ਹਰ ਜਗ੍ਹਾ 'ਤੇ ਜਾਂ ਹਰ ਸਮੇਂ ਨਹੀਂ ਗਰੋ ਕਰ ਸਕਦੇ। ਜਿਵੇਂ ਕਿ ਬੇਟਾ ਜੀ ਤੁਹਾਨੂੰ ਯਾਦ ਹੋਏਗਾ ਕਿ ਜਿਵੇਂ ਅਖਰੋਟ ਜਾਂ ਬਦਾਮ, ਇਹ ਵੀ ਕੀ ਨੇ ਜੀ? ਡਰਾਈ ਫਰੂਟਸ ਨੇ, ਇਹ ਵੀ ਰੁੱਖਾਂ 'ਤੇ ਹੀ ਲੱਗਦੇ ਨੇ, ਠੀਕ ਹੈ। ਪਰ ਡਰਾਈ ਫਰੂਟਸ ਜਿਵੇਂ ਅਖਰੋਟ ਜਾਂ ਬਦਾਮ, ਇਹ ਆਪਾਂ ਪੰਜਾਬ ਦੇ ਵਿੱਚ ਤਾਂ ਨਹੀਂ ਇਹਦੀ ਖੇਤੀ ਕਰ ਸਕਦੇ। ਇਹ ਬਹੁਤ ਠੰਡੇ ਇਲਾਕਿਆਂ ਦੇ ਵਿੱਚ ਜਿਹੜਾ ਹੈ ਉਹ ਕਸ਼ਮੀਰ, ਜੰਮੂ ਕਸ਼ਮੀਰ ਦੇ ਵਿੱਚ ਇਹਨਾਂ ਦੇ ਪਲਾਂਟਸ ਹੁੰਦੇ ਨੇ। ਮਤਲਬ ਕਿ ਹਰ ਤਰ੍ਹਾਂ ਦੇ ਪਲਾਂਟਸ ਜਿਹੜੇ ਆ ਉਹ ਉੱਥੋਂ ਦੇ ਮੌਸਮ ਦੇ ਹਿਸਾਬ ਨਾਲ ਹੁੰਦੇ ਨੇ, ਠੀਕ ਹੈ ਜੀ। ਆਪਾਂ ਉਹਨਾਂ ਨੂੰ ਹਰ ਜਗ੍ਹਾ 'ਤੇ ਨਹੀਂ ਉਗਾ ਸਕਦੇ, ਠੀਕ ਹੈ ਜੀ। ਓਕੇ, ਉਸ ਤੋਂ ਬਾਅਦ ਬੇਟਾ ਜੀ ਸਟੇਜਸ ਇਨ ਫਾਰਮਿੰਗ, ਖੇਤੀ ਦੇ ਵਿੱਚ ਬੇਟਾ ਜੀ ਅਲੱਗ-ਅਲੱਗ ਸਟੇਜਸ ਕਿਹੜੀਆਂ ਆਉਂਦੀਆਂ ਨੇ ਉਹਦੇ ਬਾਰੇ ਆਪਾਂ ਪੜ੍ਹਾਂਗੇ। ਬੇਟਾ ਜੀ ਸਭ ਤੋਂ ਪਹਿਲਾਂ ਹੈ ਪ੍ਰੈਪਰੇਸ਼ਨ ਆਫ ਸੋਇਲ ਦੀ ਪ੍ਰੈਪਰੇਸ਼ਨ ਕਰਨੀ ਆਪਾਂ, ਕਿ ਮਿੱਟੀ ਨੂੰ ਉਪਜਾਊ, ਮਿੱਟੀ ਨੂੰ ਬੀਜ ਬੀਜਣ ਦੇ ਯੋਗ ਬਣਾਉਣਾ ਹੈ। ਸਭ ਤੋਂ ਪਹਿਲਾਂ ਉਹਦੇ ਵਾਸਤੇ ਆਪਾਂ ਕੀ ਕਰਨਾ ਹੈ? ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਬੇਟਾ ਜੀ, ਤੁਸੀਂ ਜਦੋਂ ਫਸਲ ਆਪਾਂ ਕੋਈ ਵੱਢ ਕੇ ਹਟਦੇ ਹਾਂ, ਠੀਕ ਹੈ ਜੀ, ਸਾਰੇ ਜਾਣੇ ਆਪਾਂ ਪਿੰਡਾਂ 'ਚ ਰਹਿੰਦੇ ਹਾਂ, ਜਦੋਂ ਆਪਾਂ ਫਸਲ ਕੋਈ ਵੱਢਦੇ ਹਾਂ, ਜਿਵੇਂ ਹੁਣ ਆਪਾਂ ਕਣਕ ਵੱਢੀ ਹੈ ਤਾਂ ਆਪਣੇ ਖੇਤਾਂ ਦੀ ਜਿਹੜੀ ਮਿੱਟੀ ਹੈ ਉਹ ਸਖਤ ਹੁੰਦੀ ਹੈ। ਅਗਲੀ ਫਸਲ ਬੀਜਣ ਤੋਂ ਪਹਿਲਾਂ ਆਪਾਂ ਕੀ ਕਰਦੇ ਹਾਂ ਬੇਟਾ ਜੀ? ਆਪਣੀਆਂ ਪੈਲੀਆਂ ਨੂੰ ਹਲਾਂ ਦੇ ਨਾਲ ਚੰਗੀ ਤਰ੍ਹਾਂ ਪੁੱਟਦੇ ਹਾਂ, ਠੀਕ ਹੈ ਜੀ, ਵਾਹੁੰਦੇ ਹਾਂ। ਓਕੇ ਬੇਟਾ, ਇਸ ਪ੍ਰੋਸੈਸ ਨੂੰ, ਪੁੱਟਣ ਨੂੰ, ਮਿੱਟੀ ਨੂੰ ਉਸ ਜਗ੍ਹਾ ਤੋਂ ਗੋਡੀ ਕਰਨ ਨੂੰ ਜਾਂ ਹਲ ਵਾਹੁਣ ਨੂੰ ਉਹ ਕੀ ਕਹਿ ਦਿੰਦੇ ਆ ਪ੍ਰੋਸੈਸ ਨੂੰ? ਉਹਨੂੰ ਕਹਿ ਦਿੰਦੇ ਆ ਪਲੱਗਿੰਗ ਜਾਂ ਟਿਲਿੰਗ, ਠੀਕ ਹੈ ਜੀ। ਇਸ ਤਰੀਕੇ ਨਾਲ ਕੀ ਹੁੰਦਾ ਹੈ ਕਿ ਹਵਾ ਜਿਹੜੀ ਆ ਉਹ ਕ੍ਰੋਸ ਕਰਨ ਲੱਗ ਜਾਂਦੀ ਹੈ ਮਿੱਟੀ ਦੇ ਵਿੱਚ ਦੀ, ਅਤੇ ਜਿਹੜੀ ਆ ਮਿੱਟੀ ਸੌਫਟ ਹੋ ਜਾਂਦੀ ਹੈ ਥੋੜ੍ਹੀ ਜਿਹੀ, ਅਤੇ ਜਿਹਦੇ ਕਰਕੇ ਜਿਹੜਾ ਵੀ ਕੋਈ ਆਪਾਂ ਸੁੱਟਦੇ ਹਾਂ ਉਹਦੇ ਵਿੱਚ ਬੀਜ ਸੁੱਟਦੇ ਹਾਂ ਤਾਂ ਉਹ ਈਜ਼ੀਲੀ ਗਰੋ ਕਰਦਾ ਹੈ, ਠੀਕ ਹੈ ਜੀ। ਉਸ ਤੋਂ ਬਾਅਦ ਪਲੱਗਿੰਗ ਜਿਹੜਾ ਹੈ, ਪਲੱਗਿੰਗ ਦੇ ਨਾਲ ਕੀ ਹੁੰਦਾ ਹੈ ਜੀ? ਹੋਰ ਪਲੱਗਿੰਗ ਬੇਟਾ ਮੈਂ ਤੁਹਾਨੂੰ ਇਹ ਪੈਰਾਗ੍ਰਾਫ ਪੜ੍ਹਿਆ ਨਹੀਂ ਹੈ, ਪਰ ਮੈਂ ਤੁਹਾਨੂੰ ਇਹ ਸਮਝਾ ਰਿਹਾ ਹਾਂ ਕਿ ਇਸ ਪੈਰਾਗ੍ਰਾਫ ਦੇ ਵਿੱਚ ਦੱਸਿਆ ਕੀ ਹੋਇਆ ਹੈ। ਪਲੱਗਿੰਗ ਦੇ ਨਾਲ ਕੀ ਹੋਣਾ ਹੈ ਬੇਟਾ ਜੀ? ਪਾਣੀ ਜਿਹੜਾ ਹੈ ਉਹ ਜ਼ਿਆਦਾ ਮਿਲ ਜਾਣਾ ਹੈ ਜੀ ਜ਼ਮੀਨ ਨੂੰ, ਠੀਕ ਹੈ ਜੀ। ਅਤੇ ਜਿਹੜੀ ਮਿੱਟੀ ਦੀ ਬੀਜ ਨੂੰ ਜਾਂ ਕਿਸੇ ਫਸਲ ਨੂੰ ਪਕੜ ਕੇ ਰੱਖਣ ਦੀ ਕਪੈਸਿਟੀ ਆ। ਹੁਣ ਜਿਵੇਂ ਦੇਖੋ ਕਈ ਵਾਰ ਬਾਰਿਸ਼ਾਂ ਆਉਂਦੀਆਂ, ਮੰਨ ਲਓ ਹੁਣ, ਜਾਂ ਝੱਖੜ ਆਉਂਦਾ ਏ, ਤੂਫਾਨ ਆ ਜਾਂਦੇ ਨੇ, ਤਾਂ ਇਹ ਤਾਂ ਹੁੰਦਾ ਨਹੀਂ ਹੈ ਕਿ ਰੂਟਸ ਤੋਂ, ਜੜ੍ਹਾਂ ਤੋਂ ਪੁੱਟੀ ਜਾਂਦੀਆਂ ਨੇ ਫਸਲਾਂ, ਇਸ ਤਰ੍ਹਾਂ ਨਹੀਂ ਨਾ ਹੁੰਦਾ ਵੀ ਬੇਟਾ ਜੀ। ਹੁੰਦਾ ਕੀ ਹੈ ਕਿ ਜਦੋਂ ਮਿੱਟੀ ਹੈ ਜਿਹੜੀ ਉਹ ਜੜ੍ਹਾਂ ਨੂੰ ਪਕੜ ਕੇ ਰੱਖਦੀ ਹੈ ਅਤੇ ਇੱਧਰ ਉੱਧਰ ਨਹੀਂ ਜਾਣ ਦਿੰਦੀ, ਠੀਕ ਹੈ ਜੀ। ਪਲੱਗਿੰਗ ਦੇ ਨਾਲ, ਪਲੱਗਿੰਗ ਮਤਲਬ ਹਲ ਵਾਹੁਣ ਦੇ ਨਾਲ ਜਿਹੜੀ ਆ ਜ਼ਮੀਨ ਦੀ ਪਕੜ ਜਿਹੜੀ ਆ ਉਹ ਮਜ਼ਬੂਤ ਹੋ ਜਾਂਦੀ ਹੈ, ਠੀਕ ਹੈ ਜੀ। ਉਸ ਤੋਂ ਬਾਅਦ ਵਾਟਰ ਹੋਲਡਿੰਗ ਕਪੈਸਿਟੀ, ਮਤਲਬ ਕਿ ਉਹ ਪਾਣੀ ਨੂੰ ਜ਼ਿਆਦਾ ਚਿਰ ਮਿੱਟੀ ਆਪਣੇ ਕੋਲ ਰੱਖ ਸਕਦੀ ਹੈ, ਠੀਕ ਹੈ ਜੀ। ਓਕੇ, ਇਟ ਆਲਸੋ ਅਪਰੂਟਸ ਵੀਡਸ ਐਂਡ ਕਿਲ ਦੈਮ, ਜਦੋਂ ਆਪਾਂ ਹਲ ਵਾਹੁੰਦੇ ਹਾਂ ਤਾਂ ਜਿਹੜੇ ਕੋਈ ਹੋਰ
ਘਾਹ ਵਗੈਰਾ ਉੱਗ ਜਾਂਦਾ ਹੈ ਆਪਣੀ ਫਸਲਾਂ ਦੇ ਵਿੱਚ, ਜਾਂ ਕੋਈ ਵੀਡ ਹੋ ਜਾਂਦਾ ਹੈ, ਉਹਨੂੰ ਵੀ ਆਪਾਂ ਪੁੱਟ ਦਿੰਦੇ ਹਾਂ। ਕਿੱਦਾਂ? ਪਲੱਗਿੰਗ ਦੇ ਨਾਲ, ਹਲ ਵਾਉਣ ਦੇ ਨਾਲ। ਠੀਕ ਹੈ ਜੀ। ਪਲੱਗਿੰਗ ਦੇ ਵਾਸਤੇ ਲੋਹੇ ਦਾ ਜਾਂ ਲੱਕੜ ਦਾ ਇੱਕ ਟੂਲ ਹੁੰਦਾ ਵਾ। ਠੀਕ ਹੈ ਜੀ। ਜੋ ਪਹਿਲਾਂ ਤਾਂ ਕੀ ਹੋ ਜਾਂਦਾ ਸੀ, ਬਲਦਾਂ ਦੇ ਮਗਰ ਜਿਹੜਾ ਹੈ ਐਨੀਮਲਸ ਦੇ ਪਿੱਛੇ ਪਾ ਕੇ ਹਲ, ਬੇਟਾ ਜੀ ਪੁਰਾਣੇ ਸਮਿਆਂ ਦੇ ਵਿੱਚ ਦੋ ਬਲਦਾਂ ਨੂੰ ਜੋੜ ਕੇ ਉਹਨਾਂ ਦੇ ਮੋਢਿਆਂ ਦੇ ਉੱਪਰ ਜਿਹੜਾ ਹੈ, ਉਹਨਾਂ ਦੇ ਧੌਣ ਦੇ ਉੱਪਰ ਦੋ ਰੱਖ ਕੇ, ਜਿਵੇਂ ਜਿਹਨੂੰ ਪੰਜਾਲੀ ਕਹਿ ਦਿੰਦੇ ਆ, ਅਤੇ ਉਹਦੇ ਵਿਚਕਾਰ ਜਿਹੜਾ ਇੱਕ ਲੰਬਾ ਹਲ ਲੱਗਾ ਹੁੰਦਾ ਸੀ, ਅਤੇ ਹਲ ਨੂੰ ਮਗਰੋਂ ਕਿਸਾਨ ਨੇ ਹੱਥ ਰੱਖਿਆ ਹੁੰਦਾ ਸੀ, ਅਤੇ ਜਿਹੜੇ ਐਨੀਮਲਸ ਨੇ ਜਿਨ੍ਹਾਂ ਨੂੰ ਢੱਗੇ ਕਹਿ ਦਿੰਦੇ ਆਪਾਂ, ਬਲਦ ਕਹਿ ਦਿੰਦੇ ਹਾਂ, ਉਹ ਉਹਨਾਂ ਨੂੰ ਹਿੱਕਦੇ ਸਨ ਅਤੇ ਬਲਦ ਅੱਗੇ ਤੁਰਦੇ ਜਾਂਦੇ ਸਨ, ਤਾਂ ਜ਼ਮੀਨ ਨੂੰ ਪਲੱਗਿੰਗ ਹੋਈ ਜਾਂਦੀ ਸੀ, ਹਲ ਵਗਦਾ ਜਾਂਦਾ ਸੀ। ਅੱਜ ਕੱਲ੍ਹ ਤਾਂ ਜਿਹੜਾ ਕੀ ਆ ਗਿਆ ਜੀ, ਟਰੈਕਟਰ ਦੇ ਮਗਰ ਜਿਹੜਾ ਆਪਾਂ ਹਲ ਪਾਏ ਹੁੰਦੇ ਨੇ। ਠੀਕ ਹੈ ਜੀ। ਟਰੈਕਟਰ ਐਂਡ ਮੋਟਰ ਵਹੀਕਲਸ ਵਿਦ ਹੈਵੀ ਟਾਇਰਸ, ਬੇਟਾ ਜੀ ਜਿਨ੍ਹਾਂ ਦੇ ਚੌੜੇ ਟਾਇਰ ਹੁੰਦੇ ਨੇ, ਉਹ ਜਿਹੜੇ ਆ ਖੇਤਾਂ ਦੇ ਵਿੱਚ ਮਸ਼ੀਨਰੀ ਦੀ ਤਰ੍ਹਾਂ ਵਰਤੇ ਜਾਂਦੇ ਨੇ। ਇਹਦੇ ਨਾਲ ਕੀ ਹੁੰਦਾ ਹੈ ਕਿ ਸਾਡੀ ਲੇਬਰ, ਮਤਲਬ ਕਿ ਆਪਾਂ ਨੂੰ ਬਹੁਤ ਘੱਟ ਲੋਕਾਂ ਦੀ ਲੋੜ ਪੈਂਦੀ ਹੈ। ਜੇ ਬੇਟਾ ਜੀ ਮੰਨ ਲਓ 1 ਕਿੱਲਾ ਜ਼ਮੀਨ ਆ, ਉਹਨੂੰ ਵਾਹੁਣ ਵਾਸਤੇ ਜੇ ਹਲ ਆਪਾਂ ਬਲਦਾਂ ਦੇ ਨਾਲ ਦੂਜੀ ਤਰ੍ਹਾਂ ਵਗਾਉਂਦੇ ਆ ਪਿਛਲੇ ਪੁਰਾਣੇ ਸਮਿਆਂ ਵਿੱਚ, ਤਾਂ 2 ਜਾਣੇ 3 ਜਾਣੇ ਚਾਹੀਦੇ ਨੇ, ਅਤੇ ਪਰ ਟਰੈਕਟਰ ਦੇ ਉੱਪਰ ਜਿਹੜਾ ਕੰਮ ਜਲਦੀ ਵੀ ਹੋ ਜਾਂਦਾ ਹੈ ਅਤੇ ਲੇਬਰ ਵੀ, ਬੰਦੇ ਵੀ ਘੱਟ ਲੱਗਦੇ ਨੇ। ਠੀਕ ਹੈ ਜੀ। ਹੁਣ ਜਦੋਂ ਆਪਾਂ ਮਿੱਟੀ ਦੀ ਪੁਟਾਈ ਕਰ ਲਈ ਹੈ, ਜਿਹਨੂੰ ਆਪਾਂ ਕਹਿੰਦੇ ਗੋਡੀ ਕਰ ਲਈ ਹੋਈ ਹੈ, ਪੁੱਟ ਲਈ ਹੋਈ ਹੈ, ਤਾਂ ਫਿਰ ਉਸ ਤੋਂ ਬਾਅਦ ਬੇਟਾ ਜੀ ਆਪਾਂ ਕੀ ਕਰਦੇ ਹਾਂ, ਲੈਵਲ ਕਰਦੇ ਹਾਂ। ਕਿਹਦੇ ਨਾਲ? ਕਿਰਾਏ ਦੇ ਨਾਲ। ਠੀਕ ਹੈ ਜੀ। ਕਿਰਾਇਆ ਪਤਾ ਜੀ ਸਾਰਿਆਂ ਨੂੰ, ਕਿਰਾਇਆ। ਠੀਕ ਹੈ ਜੀ। ਕਿਰਾਇਆ ਜਦੋਂ ਫੇਰ ਦਿੰਦੇ ਆਪਾਂ ਤਾਂ ਉਹਦੇ ਨਾਲ ਲੈਵਲ ਹੋ ਜਾਂਦਾ ਹੈ, ਜਿਹਨੂੰ ਆਪਾਂ ਸੁਹਾਗਾ ਵੀ ਕਹਿ ਦਿੰਦੇ ਹਾਂ। ਠੀਕ ਹੈ। ਸੁਹਾਗਾ ਫੇਰ ਦਿੰਦੇ ਹਾਂ, ਜਿਹਦੇ ਨਾਲ ਲੱਕੜ ਦਾ ਬਣਿਆ ਹੁੰਦਾ ਜਾਂ ਲੋਹੇ ਦਾ ਬਣਿਆ ਹੁੰਦਾ ਹੈ, ਜਿਹਨੂੰ ਲੈਵਲਰ ਵੀ ਕਹਿ ਦਿੰਦੇ ਹਾਂ। ਅਤੇ ਇਹ ਕੀ ਕਰਦਾ ਹੈ, ਆਪਣੀ ਜਿਹੜੀ ਉਹਨੂੰ ਬਚਾਉਂਦਾ ਹੈ, ਸੋਇਲ ਇਰੋਜ਼ਨ ਤੋਂ ਬਚਾਉਂਦਾ ਹੈ, ਅਤੇ ਹਵਾ ਦੇ ਨਾਲ ਮਿੱਟੀ ਉੱਡਣ ਤੋਂ ਬਚਾ ਦਿੰਦਾ ਹੈ ਕਿਰਾਏ ਫੇਰਨ ਦੇ ਨਾਲ। ਠੀਕ ਹੈ ਜੀ। ਸੁਹਾਗਾ ਫੇਰਨ ਦੇ ਨਾਲ। ਉਸ ਤੋਂ ਬਾਅਦ ਬੇਟਾ ਜੀ ਜਦੋਂ ਆਪਾਂ ਸੋਇੰਗ ਮਤਲਬ ਬੀਜਣਾ। ਹੁਣ ਜਦੋਂ ਆਪਣੀ ਮਿੱਟੀ ਬਿਲਕੁਲ ਤਿਆਰ ਹੋ ਗਈ ਹੈ ਪਲੱਗਿੰਗ ਤੋਂ ਬਾਅਦ, ਹੁਣ ਆਪਾਂ ਉਹਦੇ ਵਿੱਚ ਬੀਜ ਬੀਜਣਾ ਹੈ ਜੀ। ਸੋਇੰਗ ਦਾ ਮਤਲਬ ਬੀਜ ਬੀਜਣਾ। ਸੋਇੰਗ ਜਿਹੜਾ ਹੈ ਉਹ ਬੀਜ ਬੀਜਣ ਤੋਂ ਪਹਿਲਾਂ, ਸਭ ਤੋਂ ਪਹਿਲਾਂ ਇਹ ਜ਼ਰੂਰੀ ਹੈ ਕਿ ਆਪਾਂ ਬੀਜ ਕਿਹੜਾ ਰਹੇ ਹਾਂ। ਠੀਕ ਹੈ ਜੀ। ਸਿਲੈਕਟ ਕਿਹੜਾ ਕਰਨਾ ਹੈ। ਸਿਲੈਕਟ ਕਰਨਾ ਮਤਲਬ ਕਿ ਆਪਾਂ ਹਮੇਸ਼ਾ ਚੰਗੀ ਕੁਆਲਿਟੀ ਦਾ ਬੀਜ ਹੀ ਬੀਜਣਾ ਵਾ। ਠੀਕ ਹੈ ਜੀ। ਉਸ ਤੋਂ ਬਾਅਦ ਫਿਰ ਦੇਖਣਾ ਹੈ ਕਿ ਜਿਹੜਾ ਬੀਜਣਾ ਹੈ ਆਪਾਂ, ਉਹ ਆਪਾਂ ਹੱਥਾਂ ਦੇ ਨਾਲ ਛੱਟਾ ਦੇਣਾ ਹੈ, ਜਾਂ ਜਿਸ ਤਰ੍ਹਾਂ ਇਹ ਦੇਖੋ ਇਹ ਲਗਾ ਰਿਹਾ ਹੈ ਨਾ, ਪ੍ਰੋਪਰ ਡਿਸਟੈਂਸ 'ਤੇ ਲਗਾ ਰਿਹਾ, ਇਸ ਤਰ੍ਹਾਂ ਲਗਾਉਣਾ ਹੈ, ਜਾਂ ਕਿਸੇ ਡਰਿੱਲ ਦੀ ਨਾਲ ਹੈਲਪ ਦੇ ਨਾਲ ਆਪਾਂ ਲਗਾਉਣਾ ਹੈ। ਠੀਕ ਹੈ ਜੀ। ਇਹ ਚੀਜ਼ ਪਤਾ ਲੱਗੇਗਾ। ਫਿਰ ਡਰਿੱਲ ਕਿਹੜੀਆਂ ਨੇ, ਤ੍ਰਿਫਣ ਜਾਂ ਮੋਗਾਡਾ, ਜਿਹੜੀ ਇਹ ਡਰਿੱਲਸ ਵੀ ਜਿਹੜੀਆਂ ਵਾ ਕਾਹਦੇ ਵਾਸਤੇ ਯੂਜ਼ ਹੁੰਦੀਆਂ ਨੇ, ਬੀਜ ਬੀਜਣ ਵਾਸਤੇ। ਠੀਕ ਹੈ ਜੀ। ਜਦੋਂ ਬੀਜ ਬੀਜਿਆ ਜਾਂਦਾ ਹੈ ਤਾਂ ਲੱਕੜ ਦੇ ਬੋਰਡ ਦੇ ਨਾਲ ਆਪਾਂ ਫੀਲਡ ਹੈ ਜਿਹੜਾ ਉਹਦੇ ਉੱਪਰਲੇ ਪਾਸੇ ਇੱਕ ਨਹੀਂ ਕਹਿ ਦਿੰਦੇ ਹਾਂ, ਮਿੱਟੀ ਦੇ ਨਾਲ ਆਪਾਂ ਢੱਕ ਦਿੰਦੇ ਹਾਂ। ਮੰਨ ਲਓ ਹੁਣ ਪਲੱਗਿੰਗ ਹੋਈ, ਬੀਜ ਦਿੱਤਾ, ਉਹਦੇ ਉੱਪਰ ਆਪਾਂ ਸੁਹਾਗਾ ਫੇਰ ਦਿੱਤਾ, ਤਾਂ ਜੋ ਬੀਜ ਜਿਹੜਾ ਹੈ ਉਹ ਸੋਇਲ ਦੇ ਵਿੱਚ, ਮਿੱਟੀ ਦੇ ਵਿੱਚ ਲੁਕ ਜਾਵੇ। ਕਿਉਂਕਿ ਜੇ ਬੀਜ ਉਸ ਤਰ੍ਹਾਂ ਉੱਪਰ ਪਿਆ ਰਿਹਾ ਤਾਂ ਪਕਸ਼ੀਆਂ ਨੇ ਜਿਹੜਾ ਹੈ ਉਹਨਾਂ ਬੀਜਾਂ ਨੂੰ ਖਾ ਜਾਣਾ ਹੈ। ਇਸ ਲਈ ਉਹਦੇ ਉੱਪਰੋਂ ਸੁਹਾਗਾ ਫੇਰਨਾ, ਕਵਰ ਕਰਨਾ ਬਹੁਤ ਜ਼ਰੂਰੀ ਆ। ਓਕੇ। ਉਸ ਤੋਂ ਬਾਅਦ ਹੈ ਬੇਟਾ ਜੀ ਵੀਡਿੰਗ। ਠੀਕ ਹੈ ਜੀ। ਵੀਡਿੰਗ ਕੀ ਹੁੰਦਾ ਹੈ, ਅਨਵਾਂਟਡ ਪਲਾਂਟ, ਮਤਲਬ ਕਿ ਜਿਹੜੇ ਆਪਾਂ ਪਲਾਂਟਸ ਬੀਜੇ ਨਹੀਂ ਸਨ, ਜਿਨ੍ਹਾਂ ਦੇ ਬੀਜ ਨਹੀਂ ਸੁੱਟੇ, ਉਹ ਆਪਣੇ ਆਪ ਹੀ ਮੇਨ ਕਰੋਪ ਦੇ ਨਾਲ ਹੋ ਗਏ, ਉਹਨਾਂ ਨੂੰ ਆਪਾਂ ਕਹਿ ਦਿੰਦੇ ਹਾਂ ਵੀਡਸ। ਠੀਕ ਹੈ ਜੀ। ਜਦੋਂ ਬੀਜ ਜਿਹੜੇ ਉੱਗਦੇ ਆ, ਕਰੋਪ ਦੇ ਬੀਜ ਉੱਗਦੇ ਆ, ਤਾਂ ਉਹਦੇ ਵਿੱਚੋਂ ਵੀਡਸ ਨੂੰ ਕੱਢਣਾ ਬਹੁਤ ਜ਼ਿਆਦਾ ਜ਼ਰੂਰੀ ਆ। ਕਿਉਂ ਜ਼ਰੂਰੀ ਆ? ਕਿਉਂਕਿ ਬੇਟਾ ਜੀ ਜਦੋਂ ਆਪਾਂ ਕੋਈ ਖਾਦ ਪਾਉਂਦੇ ਆ ਜਾਂ ਕੋਈ ਵੀ ਚੀਜ਼ ਆਪਣੇ ਕਰੋਪ ਦੀ ਪ੍ਰੋਡਕਸ਼ਨ ਨੂੰ ਵਧਾਉਣ ਵਾਸਤੇ ਪਾਉਂਦੇ ਆ, ਤਾਂ ਹੁੰਦਾ ਕੀ ਹੈ, ਉਹ ਸਾਰੀ ਦੀ ਸਾਰੀ ਖੁਰਾਕ ਹੈ ਜਿਹੜੀ, ਉਹ ਆਪਣੀ ਇਕੱਲੀ ਕਰੋਪ ਨੂੰ ਲੱਗਣ ਦੀ ਬਜਾਏ ਉਹ ਵੀਡਸ ਵੀ ਉਹਨਾਂ ਦੇ ਵਿੱਚੋਂ ਖਾਦ ਨੂੰ ਲੈ ਲੈਂਦੇ ਨੇ। ਠੀਕ ਹੈ ਜੀ। ਇਸ ਲਈ ਜਿਹੜਾ ਹੈ ਉਹਨਾਂ ਨੂੰ ਰਿਮੂਵ ਕਰਨਾ ਬੜਾ ਜ਼ਿਆਦਾ ਜ਼ਰੂਰੀ ਹੈ। ਉਹਨੂੰ ਆਪਾਂ ਮੈਨੂਅਲੀ, ਮਤਲਬ ਕਿ ਜਦੋਂ ਤੁਹਾਨੂੰ ਸਾਰਿਆਂ ਨੂੰ ਯਾਦ ਹੋਏਗਾ, ਪਿੰਡਾਂ ਦੇ ਵਿੱਚ ਜਿਹੜੇ ਰਹਿੰਦੇ ਨੇ ਬੱਚੇ, ਮਤਲਬ ਤੁਹਾਨੂੰ ਪਤਾ ਹੋਏਗਾ, ਜਦੋਂ ਆਪਾਂ ਝੋਨਾ
ਬੀਜ ਦਿੰਦੇ ਆ, ਝੋਨਾ ਲੱਗ ਜਾਂਦਾ ਹੈ, ਤਾਂ ਉਸ ਤੋਂ ਬਾਅਦ ਕੀ ਹੁੰਦਾ ਹੈ ਜੀ, ਝੋਨੇ 'ਚੋਂ ਗੰਦ ਕੱਢਣਾ ਹੈ ਜੀ। ਠੀਕ ਹੈ, ਝੋਨੇ 'ਚੋਂ ਗੰਦ ਮਤਲਬ ਕਿ ਬੰਦੇ ਲੈ ਕੇ ਜਾਂਦੇ ਆ ਝੋਨੇ ਦੇ ਵਿੱਚ, ਪਾਣੀ ਦੇ ਵਿੱਚ ਫਿਰਦੇ ਆ ਅਤੇ ਉਹਦੇ ਵਿੱਚੋਂ ਵੀਡਸ ਕੱਢ ਕੱਢ ਕੇ ਰਿਮੂਵ ਕਰ ਕਰਕੇ ਬਾਹਰ ਸੁੱਟਦੇ। ਕਿਉਂ? ਕਿਉਂਕਿ ਜੋ ਖੁਰਾਕ ਆਪਾਂ ਦਿੱਤੀ ਹੈ ਕਿਹਨੂੰ, ਆਪਣੀ ਮੇਨ ਕਰੋਪ ਨੂੰ, ਉਸ ਖੁਰਾਕ ਦਾ ਕਿੰਨਾ ਹਿੱਸਾ ਜਿਹੜਾ ਉਹ ਵੀਡ ਲੈ ਲੈਂਦੇ ਨੇ, ਇਸ ਲਈ ਉਹਨਾਂ ਨੂੰ ਰਿਮੂਵ ਕਰਨਾ ਬੜਾ ਜ਼ਿਆਦਾ ਜ਼ਰੂਰੀ ਹੈ। ਠੀਕ ਹੈ ਜੀ, ਜਿਵੇਂ ਇਹ ਤਾਂ ਹੋ ਗਿਆ ਝੋਨੇ ਦੀ ਗੱਲ। ਜਿਵੇਂ ਆਪਾਂ ਮਿਰਚਾਂ ਲਗਾਈਆਂ ਜੀ, ਮਿਰਚਾਂ ਖੇਲਾਂ ਦੇ ਵਿੱਚ ਲਗਾਈਆਂ ਜਾਂਦੀਆਂ ਨੇ। ਹੁਣ ਮਿਰਚਾਂ ਦੇ ਨਾਲ ਕੀ ਹੋ ਜਾਂਦੇ ਨੇ, ਘਾਹ ਹੋ ਜਾਂਦਾ ਹੈ। ਹੁਣ ਉਹਨੂੰ ਆਪਾਂ ਖੁਰਪੇ ਦੇ ਨਾਲ, ਰੰਬੇ ਦੇ ਨਾਲ ਜਿਹੜਾ ਹੈ ਉਹ ਘਾਹ ਨੂੰ ਖਰੋਚਦੇ ਹਾਂ, ਗੋਡੀ ਕਰਦੇ ਹਾਂ। ਠੀਕ ਹੈ ਜੀ, ਇਸ ਤਰੀਕੇ ਨਾਲ ਵੀ ਆਪਾਂ ਜਿਹੜਾ ਹੈ ਉਹ ਕਹਿ ਸਕਦੇ ਹੋ ਕਿ ਵੀਡਸ ਨੂੰ ਬਾਹਰ ਕੱਢ ਸਕਦੇ ਹਾਂ। ਜਾਂ ਇੱਕ ਹੋਰ ਤਰੀਕਾ ਹੈ, ਆਪਾਂ ਕੈਮੀਕਲਸ ਦੀ ਹੈਲਪ ਦੇ ਨਾਲ ਵੀ ਜਿਹੜਾ ਹੈ ਵੀਡਸ ਨੂੰ ਖ਼ਤਮ ਕਰ ਸਕਦੇ ਹਾਂ। ਜਿਹੜੇ ਕੈਮੀਕਲ ਕੀ ਕਰਦੇ ਨੇ, ਆਪਣੀ ਫਸਲ ਦਾ ਨੁਕਸਾਨ ਨਹੀਂ ਕਰਦੇ, ਪਰ ਜਿਹੜੇ ਉਹਦੇ ਵਿੱਚ ਵੀਡਸ ਹੁੰਦੇ ਨੇ ਉਹਨਾਂ ਨੂੰ ਜਿਹੜਾ ਹੈ ਉਹ ਖ਼ਤਮ ਕਰ ਦਿੰਦੇ ਨੇ। ਠੀਕ ਹੈ ਜੀ, ਓਕੇ। ਨੈਕਸਟ ਬੇਟਾ ਜੀ ਸਟੈਪ ਕੀ ਆ, ਇਰੀਗੇਸ਼ਨ। ਇਰੀਗੇਸ਼ਨ ਦਾ ਸਾਰਿਆਂ ਨੂੰ ਪਤਾ ਹੋਏਗਾ ਜੀ। ਇਰੀਗੇਸ਼ਨ ਹੁੰਦਾ ਹੈ ਪਾਣੀ ਦੇਣਾ, ਫਸਲਾਂ ਨੂੰ ਪਾਣੀ ਦੇਣਾ। ਠੀਕ ਹੈ ਜੀ, ਪਾਣੀ ਬੇਟਾ ਜੀ ਤੁਹਾਨੂੰ ਪਤਾ ਹੈ ਕਿ ਸਾਰਿਆਂ ਦੇ ਲਈ ਹੀ ਬੜਾ ਜ਼ਰੂਰੀ ਹੈ। ਠੀਕ ਹੈ ਜੀ, ਇਰੀਗੇਸ਼ਨ ਜਿਹੜੀ ਆ ਉਹ ਸਾਰਿਆਂ ਦੇ ਲਈ ਬੜਾ ਜ਼ਰੂਰੀ ਆ। ਖੇਤਾਂ ਦੇ ਵਿੱਚ ਜਿਸ ਕਰੋਪ ਨੂੰ ਪਾਣੀ ਦੇਣਾ ਹੈ ਉਹਨੂੰ ਆਪਾਂ ਇਰੀਗੇਸ਼ਨ ਕਹਿ ਦਿੰਦੇ ਹਾਂ। ਪਾਣੀ ਦਾ ਮੇਨ ਸੋਰਸ ਜਿਹੜਾ ਹੈ ਉਹ ਖੇਤਾਂ ਦਾ ਕੀ ਹੈ ਜੀ, ਰੇਨਫਾਲ ਹੈ। ਆਪਾਂ ਫਿਰ ਬਾਅਦ ਵਿੱਚ ਜਿਹੜਾ ਹੈ ਉਹ ਖੂਹਾਂ ਦੇ ਵਿੱਚੋਂ ਵੀ ਜਿਹੜਾ ਹੈ ਜਾਂ ਨਹਿਰਾਂ ਦਾ ਪਾਣੀ ਜਿਹੜਾ ਹੈ ਉਹਨੂੰ ਆਪਾਂ ਖੇਤਾਂ ਦੇ ਵਿੱਚ ਪਾਉਣਾ ਸ਼ੁਰੂ ਕੀਤਾ। ਪਰ ਅੱਜ ਕੱਲ੍ਹ ਜਿਹੜਾ ਹੈ ਸਾਰਿਆਂ ਨੂੰ ਪਤਾ ਹੈ ਕਿ ਕੀ ਆਪਾਂ ਕਰ ਰਹੇ ਹਾਂ ਜੀ, ਅੱਜ ਕੱਲ੍ਹ ਤਾਂ ਆਪਾਂ ਸਾਰੇ ਟਿਊਬਵੈੱਲ, ਠੀਕ ਹੈ ਜੀ, ਟਿਊਬਵੈੱਲ ਦੇ ਰਾਹੀਂ ਜਿਹੜਾ ਹੈ ਪਾਣੀ ਖੇਤਾਂ ਨੂੰ ਦਿੰਦੇ ਹਾਂ। ਠੀਕ ਹੈ ਜੀ, ਟਿਊਬਵੈੱਲ ਪੰਪ ਦੇ ਰਾਹੀਂ। ਓਕੇ, ਸੋ ਬੇਟਾ ਜੀ ਨੈਕਸਟ ਪੇਜ ਨੰਬਰ 27। ਯੈਸ, ਹੁਣ ਜਦੋਂ ਆਪਾਂ ਫਸਲਾਂ ਨੂੰ ਪਾਣੀ ਦੇ ਦਿੱਤਾ ਹੈ, ਪਾਣੀ ਦੇਣ ਤੋਂ ਬਾਅਦ ਹੁਣ ਕੀ ਕਰਨਾ ਹੈ, ਐਡਿੰਗ ਮੈਨਿਓਰ ਐਂਡ ਫਰਟੀਲਾਈਜ਼ਰ। ਆਪਾਂ ਫਸਲਾਂ ਨੂੰ ਫਰਟੀਲਾਈਜ਼ਰ ਜਾਂ ਕੀਟਨਾਸ਼ਕ ਕੋਈ ਨਾ ਕੋਈ ਚੀਜ਼ਾਂ ਜਿਹੜੀਆਂ ਉਹਨਾਂ ਦੇ ਵਿੱਚ ਪਾਉਣਾ ਹੈ। ਫਰਟੀਲਾਈਜ਼ਰ ਨਾਲ ਕੀ ਕਰੀਦਾ ਹੈ, ਆਪਾਂ ਫਰਟਾਈਲ ਸੋਇਲ ਦੀ ਜਿਹੜੀ ਜ਼ਮੀਨ ਹੈ, ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਕਾਇਮ ਰੱਖਣ ਵਾਸਤੇ, ਕਿਉਂਕਿ ਹੁਣ ਵੇਖੋ ਬੇਟਾ ਜੀ ਫਸਲ ਜਦੋਂ ਉੱਗਦੀ ਹੈ ਤਾਂ ਉਹ ਜ਼ਮੀਨ ਦੇ ਵਿੱਚੋਂ ਮਿਨਰਲਸ ਵਗੈਰਾ ਤਾਂ ਲੈਂਦੀ ਹੈ। ਠੀਕ ਹੈ ਜੀ, ਤੁਹਾਨੂੰ ਯਾਦ ਹੋਏਗਾ ਜਦੋਂ ਵੀ ਕੋਈ ਪਲਾਂਟ ਗਰੋ ਕਰਦਾ ਹੈ ਤਾਂ ਉਹ ਮਿੱਟੀ ਦੇ ਵਿੱਚੋਂ ਕਿਹੜੀ ਚੀਜ਼ ਲੈਂਦਾ ਹੈ ਜੀ, ਮਿੱਟੀ ਦੇ ਵਿੱਚੋਂ ਲੈਂਦਾ ਹੈ ਜੀ ਵਾਟਰ ਪਲੱਸ ਮਿਨਰਲਸ। ਇਸ ਲਈ ਜਦੋਂ ਮਿੱਟੀ ਦੇ ਵਿੱਚੋਂ ਮਿਨਰਲਸ ਲਗਾਤਾਰ ਰਿਮੂਵ ਹੁੰਦੇ ਜਾਂਦੇ ਨੇ, ਉਹ ਕਰੋਪ ਲੈ ਲੈਂਦੀ ਆ, ਤਾਂ ਫਿਰ ਆਪਾਂ ਨੂੰ ਬਾਹਰੋਂ ਫਰਟੀਲਾਈਜ਼ਰ ਐਡ ਕਰਨੇ ਪੈਂਦੇ ਨੇ। ਠੀਕ ਹੈ ਜੀ, ਤਾਂ ਜੋ ਜਿਹੜੀ ਜ਼ਮੀਨ ਜਿਹੜੀ ਆ ਉਹ ਉਪਜਾਊ ਰਵੇ। ਠੀਕ ਹੈ ਜੀ, ਕੈਮੀਕਲ ਆਪਾਂ ਕਿਹੜੇ ਐਡ ਕਰਦੇ ਹਾਂ ਜੀ, ਆਪਾਂ ਨਾਈਟ੍ਰੋਜਨ ਅਤੇ ਪੋਟਾਸ਼ੀਅਮ ਐਡ ਕਰ ਦਿੰਦੇ ਹਾਂ। ਠੀਕ ਹੈ ਜੀ, ਹੁਣ ਬੇਟਾ ਜੀ ਪ੍ਰੋਟੈਕਟਿੰਗ ਕਰੋਪਸ, ਆਪਾਂ ਆਪਣੀਆਂ ਫਸਲਾਂ ਸਭ ਤੋਂ ਪਹਿਲਾਂ ਕੀ ਕੀਤਾ ਜੀ, ਪਲੱਗਿੰਗ ਕੀਤੀ, ਮਤਲਬ ਕਿ ਹਲ ਵਾਏ। ਹਲ ਵਾਹੁਣ ਤੋਂ ਬਾਅਦ ਕੀ ਕੀਤਾ ਜੀ, ਆਪਾਂ ਬੀਜ ਦਿੱਤਾ। ਫਿਰ ਉਹਦੇ ਉੱਪਰ ਜਿਹੜਾ ਹੈ ਕੀ ਕੀਤਾ, ਸੋਇਲ ਨਾਲ ਕਵਰ ਕਰ ਦਿੱਤਾ, ਜਿਹਨੂੰ ਕਹਿ ਦਿੱਤਾ ਵੀ ਸੁਹਾਗਾ ਫੇਰ ਦਿੱਤਾ। ਸੁਹਾਗਾ ਫੇਰਨ ਤੋਂ ਬਾਅਦ ਫਿਰ ਆਪਾਂ ਵੀਡਿੰਗ, ਮਤਲਬ ਕਿ ਉਹਦੇ ਵਿੱਚੋਂ ਵੀਡਸ ਚੁਣ ਲਏ। ਠੀਕ ਹੈ, ਫਿਰ ਪਾਣੀ ਦਿੱਤਾ, ਫਿਰ ਉਹਦੇ ਵਿੱਚ ਆਪਾਂ ਫਰਟੀਲਾਈਜ਼ਰ ਵੀ ਐਡ ਕਰ ਦਿੱਤੇ। ਹੁਣ ਆਪਾਂ ਗੱਲ ਕਰਨ ਲੱਗੇ ਹਾਂ ਕਿ ਆਪਾਂ ਆਪਣੀ ਫਸਲ ਨੂੰ ਬਚਾਉਣਾ ਕਿੱਦਾਂ ਹੈ। ਬਚਾਉਣਾ ਬੇਟਾ ਜੀ ਕਿਹਨਾਂ ਤੋਂ ਬਚਾਉਣਾ ਹੈ, ਹੁਣ ਜਦੋਂ ਆਪਾਂ ਫਸਲ ਬੀਜ ਦਿੰਦੇ ਹਾਂ, ਉੱਗ ਪੈਂਦੀ ਹੈ, ਤਾਂ ਕੀ ਬਹੁਤ ਸਾਰੇ ਡਿਜ਼ੀਜ਼, ਬੜੀਆਂ ਬਿਮਾਰੀਆਂ ਜਿਹੜੀਆਂ ਫਸਲਾਂ ਨੂੰ ਲੱਗ ਸਕਦੀਆਂ ਨੇ, ਜਾਂ ਕਈ ਪੈਸਟ ਮਤਲਬ ਕੀੜੇ ਜਿਹੜੇ ਆ ਉਹ ਅਟੈਕ ਕਰਦੇ ਆ ਅਤੇ ਫਸਲਾਂ ਨੂੰ ਖਰਾਬ ਕਰ ਦਿੰਦੇ ਨੇ, ਡੈਮੇਜ ਕਰ ਦਿੰਦੇ ਨੇ। ਇਸ ਲਈ ਸਾਨੂੰ ਉਹਨਾਂ ਨੂੰ ਬਚਾ ਕੇ ਰੱਖਣਾ, ਇਨਸੈਕਟ ਅਤੇ ਪੈਸਟ ਤੋਂ ਬਚਾਉਣ ਵਾਸਤੇ ਕਿਹੜੀਆਂ ਚੀਜ਼ਾਂ ਆਪਾਂ ਪਾਉਂਦੇ ਹਾਂ ਜੀ, ਪੈਸਟੀਸਾਈਡ ਅਤੇ ਇਨਸੈਕਟੀਸਾਈਡ ਜਿਹੜਾ ਹੈ ਉਹਨਾਂ ਦੀਆਂ ਸਪਰੇਅ ਕਰਦੇ ਹਾਂ। ਠੀਕ ਹੈ ਜੀ, ਠੀਕ ਹੈ। ਇਹ ਜਿਹੜੇ ਸਪਰੇਅ ਆ ਬੇਟਾ ਜੀ, ਉਹਨਾਂ ਨੇ ਇਹ ਵੀ ਕਿਹਾ ਸਪਰੇਅ ਕਰਦੇ ਤਾਂ ਹੈ, ਪਰ ਆਪਾਂ ਨੂੰ ਬੇਟਾ ਜੀ ਸਪਰੇਅ ਆ ਜਿਹੜੀ ਉਹ ਬਹੁਤ ਜ਼ਿਆਦਾ ਐਕਸੈਸਿਵ, ਬਹੁਤ ਜ਼ਿਆਦਾ ਕੈਮੀਕਲਸ ਨਹੀਂ ਯੂਜ਼ ਕਰਨੇ ਚਾਹੀਦੇ, ਕਿਉਂਕਿ ਇਹ ਕੈਮੀਕਲਸ ਸਾਡੀ ਜ਼ਮੀਨ ਦੀ ਫਰਟੀਲਿਟੀ ਨੂੰ ਵੀ ਖਰਾਬ ਕਰ ਦਿੰਦੇ ਨੇ। ਓਕੇ, ਹੁਣ ਬੇਟਾ ਜੀ ਆਪਾਂ ਆਪਣੀ ਫਸਲ ਬਚਾ ਵੀ ਲਈ,
ਹੁਣ ਜਦੋਂ ਫਸਲ ਪੱਕ ਗਈ ਤਾਂ ਫਿਰ ਆਪਾਂ ਕਿਹੜਾ ਸਟੈਪ ਕਰਦੇ ਹਾਂ ਜੀ, ਕੱਟਣ ਵਾਲਾ, ਫਸਲਾਂ ਨੂੰ ਹਾਰਵੈਸਟ ਕਰਨਾ। ਠੀਕ ਹੈ ਜੀ, ਫਸਲਾਂ ਦਾ ਕੱਟਣਾ ਮਤਲਬ ਹਾਰਵੈਸਟਿੰਗ। ਓਕੇ ਬੇਟਾ ਜੀ, ਫਸਲਾਂ ਨੂੰ ਕੱਟ ਕੇ ਤੇ ਇਕੱਠਾ ਕਰ ਲੈਣਾ, ਉਹ ਕੀ ਹੈ ਜੀ, ਉਸ ਪ੍ਰੋਸੈਸ ਨੂੰ ਆਪਾਂ ਕਹਿ ਦਿੰਦੇ ਹਾਂ ਹਾਰਵੈਸਟਿੰਗ ਆਫ ਕ੍ਰੋਪਸ। ਕ੍ਰੋਪਸ ਜਿਹੜੀਆਂ ਵਾ ਉਹ ਸਹੀ ਸਮੇਂ 'ਤੇ ਹਾਰਵੈਸਟ ਮਤਲਬ ਕਿ ਕੱਟਣੀਆਂ ਚਾਹੀਦੀਆਂ ਨੇ, ਤਾਂ ਜੋ ਉਹਨਾਂ ਦੇ ਵਿੱਚੋਂ ਮੈਕਸੀਮਮ ਪ੍ਰੋਡਕਸ਼ਨ ਕੱਢ ਸਕੀਏ। ਫਾਰਮਰ ਜਿਹੜੇ ਨੇ, ਕਿਸਾਨ ਜਿਹੜੇ ਆ, ਉਹ ਸਿਕਲਸ ਔਰ ਹਾਰਵੈਸਟ ਦੇਅਰ ਕ੍ਰੋਪਸ, ਬੇਟਾ ਜੀ ਉਹ ਦਾਤਰੀਆਂ ਦੇ ਨਾਲ ਜਾਂ ਕਿਸੇ ਵੀ ਹਾਰਵੈਸਟ ਮਸ਼ੀਨ ਦੇ ਰਾਹੀਂ ਜਿਹੜਾ ਹੈ ਉਹ ਆਪਣਾ ਕੱਟ ਲੈਂਦੇ ਆ। ਮਾਈ ਜਿਵੇਂ ਕਣਕ, ਮੱਕੀ, ਠੀਕ ਹੈ ਜੀ, ਇਹ ਸਾਰੀਆਂ ਚੀਜ਼ਾਂ। ਉਸ ਤੋਂ ਬਾਅਦ ਟਰੈਕਟਰ ਡਰਾਈਵਰ, ਮਸ਼ੀਨ ਕਾਲਡ ਹਾਰਵੈਸਟਰ ਆਰ ਆਲਸੋ ਯੂਜ਼ਡ ਫਾਰ ਹਾਰਵੈਸਟਿੰਗ। ਬੇਟਾ ਜੀ ਕੰਬਾਈਨਸ ਜਿਹੜੀਆਂ ਨੇ ਉਹ ਵੀ ਫਸਲਾਂ ਨੂੰ ਕੱਟਣ ਵਾਸਤੇ ਵਰਤੀਆਂ ਜਾਂਦੀਆਂ ਨੇ। ਠੀਕ ਹੈ ਜੀ ਬੇਟਾ ਜੀ, ਹੁਣ ਜਦੋਂ ਫਸਲ ਕੱਟ ਲਈ ਉਸ ਤੋਂ ਬਾਅਦ ਕੀ ਕਰਨਾ ਹੈ, ਥ੍ਰੈਸ਼ਿੰਗ। ਥ੍ਰੈਸ਼ਿੰਗ ਦਾ ਮਤਲਬ ਕਿ ਜਦੋਂ ਆਪਾਂ, ਜਿਵੇਂ ਹੁਣ ਤਾਂ ਬੇਟਾ ਜੀ ਸਾਰੇ ਜਾਣੇ ਆਪਾਂ ਕੀ ਕਰਦੇ ਹਾਂ, ਕੰਬਾਈਨ ਦੇ ਰਾਹੀਂ ਹੀ ਜਿਹੜਾ ਹੈ ਉਹ ਕਣਕ ਜਾਂ ਝੋਨਾ ਜਿਹੜਾ ਵੱਢ ਲੈਂਦੇ ਹਾਂ। ਜ਼ਿਆਦਾਤਰ ਝੋਨੇ ਵੇਲੇ ਵੀ ਹੁਣ ਕੀ ਹੁੰਦਾ ਹੈ, ਕਈ ਲੋਕ ਕੀ ਕਰਦੇ ਆ, ਹੱਥਾਂ ਦੇ ਨਾਲ ਝੋਨਾ ਵੱਢ ਲੈਂਦੇ ਨੇ। ਫਿਰ ਕੀ ਕਰਦੇ ਆ, ਉਹਨੂੰ ਉੱਥੇ ਥ੍ਰੈਸ਼ਿੰਗ ਦਾ ਮਤਲਬ ਜਿਵੇਂ ਇਹ ਕੀ ਕਰ ਰਿਹਾ ਜੀ, ਇਹ ਕੁੱਟ ਰਿਹਾ ਨਾ, ਕਿ ਫਸਲ ਦੀ ਢੇਰੀ ਬਣਾਈ ਹੈ ਅਤੇ ਢੇਰੀ ਦੇ ਵਿੱਚੋਂ ਉਹ ਝਾੜ ਰਿਹਾ ਉਹਨੂੰ। ਥ੍ਰੈਸ਼ਿੰਗ ਦਾ ਮਤਲਬ ਹੈ ਉਹਨੂੰ ਝਾੜ ਲੈਣਾ, ਉਹਦੇ ਵਿੱਚੋਂ ਗ੍ਰੇਨਸ ਮਤਲਬ ਜਿਹੜਾ ਝੋਨਾ ਹੈ ਉਹ ਅਲੱਗ ਕਰ ਲੈਣਾ, ਅਤੇ ਜਿਹੜੀ ਪਰਾਲੀ ਹੈ ਉਹਨਾਂ ਨੂੰ ਅਲੱਗ ਕਰ ਲੈਣਾ। ਠੀਕ ਹੈ ਜੀ, ਪਰਾਲੀ ਜਾਂ ਤੂੜੀ ਅਲੱਗ ਕਰ ਲੈਣੀ, ਇਸ ਪ੍ਰੋਸੈਸ ਨੂੰ ਆਪਾਂ ਥ੍ਰੈਸ਼ਿੰਗ ਬੋਲਦੇ ਹਾਂ। ਠੀਕ ਹੈ ਜੀ, ਇਹ ਵੀ ਕਾਹਦੇ ਨਾਲ ਕੀਤੀ ਜਾਂਦੀ ਹੈ, ਮਸ਼ੀਨਸ ਦੀ ਹੈਲਪ ਦੇ ਨਾਲ ਵੀ ਕਰ ਸਕਦੇ ਹਾਂ ਆਪਾਂ। ਬੇਟਾ ਜੀ ਪੰਜਾਬੀ ਦੇ ਵਿੱਚ ਵਰਡ ਹੈ ਹੜੰਬਾ। ਹੜੰਬਾ ਕਾਹਦੇ ਵਾਸਤੇ ਵਰਤਿਆ ਜਾਂਦਾ ਹੈ, ਕਣਕ ਦੀ ਫਸਲ ਦੇ ਵਿੱਚੋਂ ਆਪਾਂ ਕਣਕ ਅਲੱਗ ਕਰਨੀ ਹੈ ਅਤੇ ਤੂੜੀ ਅਲੱਗ ਕਰਨੀ ਹੈ, ਉਹਦੇ ਵਾਸਤੇ ਕੀ ਵਰਤਿਆ ਜਾਂਦਾ ਹੈ ਜੀ, ਹੜੰਬਾ ਯੂਜ਼ ਕੀਤਾ ਜਾਂਦਾ ਹੈ। ਓਕੇ, ਉਸ ਤੋਂ ਬਾਅਦ ਬੇਟਾ ਜੀ ਵਿਨੋਇੰਗ। ਵਿਨੋਇੰਗ ਦਾ ਮਤਲਬ ਹੈ ਉਡਾਉਣਾ। ਠੀਕ ਹੈ ਜੀ, ਉਡਾਉਣਾ ਕੀ, ਹੁਣ ਜੇ ਬੇਟਾ ਜੀ ਜਦੋਂ ਤੁਹਾਡੇ 'ਚੋਂ ਕੋਈ ਬੇਟਾ ਆਪਣੇ ਪਾਪਾ ਨਾਲ ਕਿਤੇ ਮੰਡੀ ਗਿਆ ਹੋਵੇ ਨਾ, ਜਦੋਂ ਆਪਾਂ ਫਸਲ ਲੈ ਕੇ ਮੰਡੀ ਦੇ ਵਿੱਚ ਜਾਂਦੇ ਹਾਂ ਤਾਂ ਕੀ ਹੁੰਦਾ ਜੀ, ਸਭ ਤੋਂ ਪਹਿਲਾਂ ਕਹਿੰਦੇ ਜੀ ਪੱਖਾ ਲਾਉਣਾ ਹੈ। ਪੱਖਾ ਕੀ ਲਾਉਣਾ ਹੈ, ਉਹ ਕੀ ਕਰਦੇ ਆ, ਆਪਣੀ ਜਿਹੜੀ ਫਸਲ, ਜਿਹੜੀ ਕਣਕ ਆਪਾਂ ਲੈ ਕੇ ਗਏ ਆ, ਉਹਨੂੰ ਇੱਕ ਪੱਖੇ ਦੇ ਵਿੱਚ ਦੀ ਉਡਾਉਂਦੇ ਆ ਕਿ ਉਹਦੇ ਵਿੱਚੋਂ ਜਿਹੜੀ ਹਲਕਾ ਮਟੀਰੀਅਲ ਜਾਂ ਵੇਸਟ ਪ੍ਰੋਡਕਟ ਹੈ, ਮਿੱਟੀ ਵਗੈਰਾ ਜਿਹੜੀ ਕੋਈ ਨਾਲ ਉੱਡ ਕੇ ਆ ਗਈ ਹੈ, ਉਹਨੂੰ ਉਡਾ ਦਿੰਦੇ ਆ, ਅਤੇ ਇਕੱਲੀ ਜਿਹੜੀ ਸਾਫ ਸੁਥਰੀ ਜਿਹੜੀ ਕਣਕ ਜਾਂ ਝੋਨਾ ਆਪਣੇ ਕੋਲ ਪਿੱਛੇ ਬਚ ਜਾਂਦਾ ਹੈ, ਅਤੇ ਜੋ ਉਡਾ ਦਿੰਦੇ ਆ ਉਹਨੂੰ ਆਪਾਂ ਕਹਿ ਦਿੰਦੇ ਹਾਂ ਫੱਕ ਕਹਿ ਦਿੰਦੇ ਹਾਂ। ਠੀਕ ਹੈ ਜੀ, ਉਹ ਜਿਹੜੀ ਚੀਜ਼ ਜਿਹੜੀ ਪਿੱਛੇ ਬਚ ਜਾਂਦੀ ਆ। ਓਕੇ ਬੇਟਾ ਜੀ, ਇਹ ਹੈ ਉਡਾਉਣਾ। ਓਕੇ, ਉਸ ਤੋਂ ਬਾਅਦ ਹੈ ਬੇਟਾ ਜੀ ਸਟੋਰਿੰਗ। ਹੁਣ ਬੇਟਾ ਜੀ ਜਦੋਂ ਉਹਨਾਂ ਨੇ ਫਸਲ ਦੇ ਵਿੱਚੋਂ ਜਿਹੜੀ ਜੋ ਗੰਦ ਪਿੱਲ, ਮਿੱਟੀ ਘੱਟਾ ਉਡਾ ਦਿੱਤਾ, ਫਸਲ ਸਾਫ ਸੁਥਰੀ ਉਹਨਾਂ ਦੇ ਕੋਲ ਆ ਗਈ। ਸਾਫ ਸੁਥਰੀ ਫਸਲ ਨੂੰ ਬੇਟਾ ਜੀ ਉਹ ਕੀ ਕਰਦੇ ਆ, ਬੋਰੀਆਂ ਦੇ ਵਿੱਚ ਭਰ ਭਰ ਕੇ ਕਿੱਧਰ ਭੇਜੀ ਜਾਂਦੇ ਨੇ, ਗੋਦਾਮਸ ਦੇ ਵਿੱਚ ਭੇਜਦੇ ਨੇ, ਅਤੇ ਉੱਥੇ ਕੀ ਕਰ ਦਿੰਦੇ ਨੇ, ਸਟੋਰ ਕਰ ਲੈਂਦੇ ਨੇ। ਓਕੇ ਬੇਟਾ ਜੀ, ਗੋਦਾਮਸ ਦੇ ਵਿੱਚ ਜਿਹੜੇ ਆ ਉਹ ਸਟੋਰ ਕਰ ਲੈਂਦੇ ਆ। ਕਿਹੜੇ ਗੋਦਾਮਸ ਦੇ ਵਿੱਚ, ਆਪਾਂ ਗ੍ਰੇਨਸ ਨੂੰ ਗੋਦਾਮ ਦੇ ਵਿੱਚ ਸਟੋਰ ਕਰ ਲੈਂਦੇ ਹਾਂ, ਫਰੂਟਸ ਅਤੇ ਵੈਜੀਟੇਬਲ ਨੇ ਜਿਹੜੇ ਉਹ ਕੋਲਡ ਸਟੋਰੇਜ ਦੇ ਵਿੱਚ ਜਿਹੜੇ ਸਟੋਰ ਕਰਦੇ ਹਾਂ। ਉਸ ਤੋਂ ਬਾਅਦ ਬੇਟਾ ਜੀ ਸਟੋਰ ਕਰਨ ਤੋਂ ਬਾਅਦ ਸੈਲਿੰਗ। ਫਾਰਮਰ ਸੈੱਲ ਦੇਅਰ ਕ੍ਰੋਪਸ ਟੂ ਦਾ ਹੋਲਸੇਲਰ। ਹੋਲਸੇਲਰ ਜਿਹੜਾ ਹੈ ਫਾਰਮਰ, ਜਿਵੇਂ ਕਿਸਾਨ ਨੇ ਜਿਹੜੇ, ਉਹ ਆਪਣੀ ਫਸਲ ਕਿਸੇ ਹੋਲਸੇਲਰ ਨੂੰ, ਵਪਾਰੀ ਨੂੰ ਵੇਚਦੇ ਨੇ, ਅਤੇ ਵਪਾਰੀ ਜਿਹੜਾ ਆਪਣੀ ਫਸਲ ਹੈ, ਜਿਵੇਂ ਮੰਨ ਲਓ ਕਿਸੇ ਕਿਸਾਨ ਨੇ ਸਬਜ਼ੀਆਂ ਲਗਾਈਆਂ ਜੀ, ਸਬਜ਼ੀ ਕਿਹੜੀ ਲਗਾ ਲਈ ਹੈ ਜੀ, ਸਬਜ਼ੀ ਲਗਾ ਲਈ ਹੈ ਗੋਭੀ ਦੀ। ਠੀਕ ਹੈ, ਗੋਭੀ ਦੀ ਸਬਜ਼ੀ ਕਿਸਾਨ ਨੇ ਲਗਾਈ, ਉਹ ਕਿੱਥੇ ਜਾਂਦਾ ਹੈ ਜੀ, ਸੁਬਾਹ ਮੰਡੀ ਦੇ ਵਿੱਚ ਜਾਂਦਾ ਹੈ। ਮੰਡੀ ਦੇ ਵਿੱਚ ਕੌਣ ਬੈਠਾ ਜੀ, ਹੋਲਸੇਲਰ। ਠੀਕ ਹੈ, ਮੰਡੀ ਦੇ ਵਿੱਚ ਵਪਾਰੀ ਬੈਠਾ ਹੋਇਆ ਹੈ, ਉਹ ਆਪਣੀ 4-5 ਕੁਆਂਟਲ ਜਾਂ 10 ਕੁਆਂਟਲ ਗੋਭੀ ਲੈ ਕੇ ਗਿਆ ਸੁਬਾਹ ਉੱਥੇ ਹੋਲਸੇਲਰ ਦੇ ਕੋਲ, ਉਹਨੂੰ ਵੇਚ ਦਿੱਤੀ। ਉਹਨੇ ਗਾਂ ਕਿਹਨਾਂ ਨੂੰ ਵੇਚ ਦਿੱਤੀ, ਜਿਹੜੇ ਦੁਕਾਨਦਾਰ ਨੇ। ਠੀਕ ਹੈ ਜੀ, ਜਿਹੜੇ ਸ਼ਹਿਰ ਦੇ ਵਿੱਚ ਜਿਨ੍ਹਾਂ ਨੇ ਰੇਹੜੀਆਂ ਲਗਾਈਆਂ ਨੇ, ਜਾਂ ਜਿਹੜੇ ਦੁਕਾਨਦਾਰ ਨੇ ਸਬਜ਼ੀਆਂ ਵੇਚਣ ਵਾਲੇ, ਉਹਨਾਂ ਨੇ ਦੁਕਾਨਦਾਰਾਂ ਨੂੰ ਵੇਚ ਦਿੱਤੀ। ਠੀਕ ਹੈ ਜੀ,
ਤੇ ਜਿੱਥੋਂ ਆਪਾਂ ਸਾਰੇ ਜਾਣੇ ਖਰੀਦ ਲੈਂਦੇ ਹਾਂ। ਠੀਕ ਹੈ ਜੀ, ਇਹ ਆ ਵੇਚਣ ਵਾਲਾ ਕੰਮ। ਓਕੇ, ਹੁਣ ਇਹ ਤਾਂ ਬੇਟਾ ਜੀ ਵੇਖੋ ਕਿਸ ਤਰੀਕੇ ਦੇ ਨਾਲ ਫਸਲ ਜਿਹੜੀ ਉਹ ਆਪਣੇ ਕੋਲ ਆਉਂਦੀ ਹੈ, ਜਾਂ ਕੋਈ ਵੀ ਚੀਜ਼ ਆਪਾਂ ਬੀਜਦੇ ਹਾਂ ਉਹ ਆਪਣੇ ਕੋਲ ਕਿੱਦਾਂ ਪਹੁੰਚਦੀ ਹੈ। ਓਕੇ, ਹੁਣ ਜਿਹੜੀ ਪਿੱਛੇ ਵੱਜ ਜਾਂਦੀ ਹੈ ਸੋਇਲ ਦੀ ਉਪਜਾਊ ਸ਼ਕਤੀ, ਸੋਇਲ ਫਰਟੀਲਿਟੀ, ਮਤਲਬ ਕਿ ਆਪਾਂ ਫਸਲ ਦੀ ਜਿਹੜੀ ਉਪਜਾਊ ਸ਼ਕਤੀ ਆ ਉਹਨੂੰ ਕਿੱਦਾਂ ਬਰਕਰਾਰ ਰੱਖਣਾ ਹੈ। ਉਹਦੇ ਵਾਸਤੇ ਬੇਟਾ ਜੀ ਕੀ ਹੈ, ਪਲਾਂਟਸ ਨੂੰ ਕੀ ਚਾਹੀਦਾ ਹੈ, ਮਿਨਰਲਸ ਆਪਣੀ ਗਰੋਥ ਵਾਸਤੇ। ਉਹ ਕਿੱਥੋਂ ਲੈਂਦੇ ਨੇ ਜੀ, ਮੈਂ ਤੁਹਾਨੂੰ ਦੱਸਿਆ ਸੀ ਜ਼ਮੀਨ ਤੋਂ ਲੈਂਦੇ ਨੇ। ਹੁਣ ਜਦੋਂ ਜ਼ਮੀਨ ਤੋਂ ਲਗਾਤਾਰ ਉਹ ਲਈ ਜਾ ਰਹੇ ਆ ਤਾਂ ਇਹਦਾ ਮਤਲਬ ਆਪਾਂ ਨੂੰ ਜ਼ਮੀਨ ਨੂੰ ਵਾਪਸ ਵੀ ਤਾਂ ਕੋਈ ਨਾ ਕੋਈ ਚੀਜ਼ ਦੇਣੀ ਪਏਗੀ। ਫਿਰ ਆਪਾਂ ਬਾਹਰੋਂ ਜਿਹੜਾ ਹੈ ਕੋਈ ਨਾ ਕੋਈ ਮੈਨਿਓਰ ਜਾਂ ਫਰਟੀਲਾਈਜ਼ਰ ਐਡ ਕਰਦੇ ਹਾਂ। ਬੇਟਾ ਤੁਹਾਨੂੰ ਪਤਾ ਹੋਏਗਾ ਜਿਵੇਂ ਕਿ ਪਿੰਡਾਂ ਦੇ ਵਿੱਚ ਜਿਨ੍ਹਾਂ ਨੇ ਮੱਝਾਂ ਗਾਵਾਂ ਰੱਖੀਆਂ ਨੇ ਉਹਨਾਂ ਦੇ ਘਰੇ ਰੂੜੀ ਲੱਗਦੀ ਹੈ ਜੀ। ਠੀਕ ਹੈ ਜੀ, ਘਰ ਦੇ ਬਾਹਰ ਲੱਗਦੀ ਹੈ ਜਾਂ ਕਿਸੇ ਹਵੇਲੀ ਦੇ ਵਿੱਚ ਲਾਉਂਦੇ ਨੇ, ਰੂੜੀ ਲਾਉਂਦੇ ਨੇ। ਅਤੇ ਜਦੋਂ ਇਸ ਤਰ੍ਹਾਂ ਫਸਲਾਂ ਕੱਟੀਆਂ ਜਾਂਦੀਆਂ ਨੇ, ਟਰੈਕਟਰ ਟਰਾਲੀ ਦੇ ਵਿੱਚ ਉਸੇ ਰੂੜੀ ਨੂੰ ਖੇਤ ਸੁੱਟ ਕੇ ਆਉਂਦੇ ਨੇ। ਉਹ ਕੀ ਹੈ ਜੀ, ਇੱਕ ਤਰ੍ਹਾਂ ਨਾਲ ਮੈਨਿਓਰ ਜਾਂ ਫਰਟੀਲਾਈਜ਼ਰ ਐਡ ਕਰ ਰਹੇ ਆ, ਜਿਹਦੇ ਨਾਲ ਫਸਲ ਦੀ ਜਿਹੜੀ ਆ ਉਹ ਜਿਹੜੀ ਜ਼ਮੀਨ ਦੀ ਜਿਹੜੀ ਉਪਜਾਊ ਸ਼ਕਤੀ ਉਹ ਬਰਕਰਾਰ ਰਹਿੰਦੀ ਹੈ। ਉਹਦੇ ਵਿੱਚ ਆਪਾਂ ਬਾਹਰੋਂ ਮਿਨਰਲਸ ਐਡ ਕਰ ਦਿੱਤੇ ਆ। ਠੀਕ ਹੈ ਜੀ, ਉਸ ਤੋਂ ਬਾਅਦ ਇਨ ਫੀਲਡ ਫੋਲੋਇੰਗ ਦ ਫੀਲਡ ਇਜ਼ ਲੈਫਟ ਫੈਲੋ ਫਾਰ ਸਮ ਟਾਈਮ, ਜਦੋਂ ਆਪਣੇ ਖੇਤ ਜਿਹੜੇ ਆ ਕੁਝ ਸਮੇਂ ਲਈ ਖਾਲੀ ਰਹਿ ਜਾਂਦੇ ਆ ਤਾਂ ਉਹਦੇ ਵਿੱਚੋਂ ਨਿਊਟਰੀਐਂਟਸ ਜਿਹੜੇ ਆ ਉਹ ਫਿਰ ਦੁਬਾਰਾ ਆਪਣੇ ਆਪ ਪੈਦਾ ਹੋ ਜਾਂਦੇ ਨੇ। ਹੁਣ ਬੇਟਾ ਜੀ ਕਈ ਕੀ ਕਰਦੇ ਆ, ਜਿਨ੍ਹਾਂ ਦੇ ਜਿਹੜੇ ਜਦੋਂ ਕਣਕ ਬੀਜ ਕੇ ਜਾਂ ਕਣਕ ਆਪਾਂ ਵੱਢ ਕੇ ਹਟਦੇ ਹਾਂ ਨਾ, ਕਣਕ ਵੱਢ ਲਈ ਹੈ ਅਤੇ ਤੂੜੀ ਵੀ ਬਣਾ ਲਈ ਹੋਈ ਹੈ, ਜਦੋਂ ਹੁਣ ਖੇਤ ਖਾਲੀ ਬਚ ਗਏ, ਲੋਕ ਕੀ ਕਰਦੇ ਆ, ਟਰੈਕਟਰ ਦੇ ਨਾਲ ਹਲ ਪਾ ਕੇ ਅਤੇ ਉਹਨੂੰ ਪੁੱਟ ਦਿੰਦੇ ਨੇ, ਜਿਹਨੂੰ ਕਹਿ ਦਿੰਦੇ ਆ ਪਲੱਗਿੰਗ ਕਰਕੇ, ਉਸੇ ਤਰੀਕੇ ਖੁੱਲ੍ਹੀ ਪਈ ਰਹਿਣ ਦਿੰਦੇ ਆ, ਕੁਝ ਵੀ ਨਹੀਂ ਬੀਜਦੇ। ਉਹਦੇ ਨਾਲ ਵੀ ਕੀ ਹੋ ਜਾਂਦਾ ਹੈ, ਹਵਾ ਦੀ ਸਰਕੂਲੇਸ਼ਨ ਹੋਣ ਦੇ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਆਟੋਮੈਟਿਕਲੀ ਜਿਹੜੀ ਆ ਉਹ ਵੱਧ ਜਾਂਦੀ ਆ। ਉਸ ਤੋਂ ਬਾਅਦ ਹੈ ਦੋ ਜਾਂ ਦੋ ਤੋਂ ਜ਼ਿਆਦਾ ਕ੍ਰੌਪਸ ਜਿਹੜੀਆਂ ਹੈ ਇੱਕ ਸਮੇਂ 'ਤੇ ਮਿਕਸ ਕ੍ਰੌਪਿੰਗ ਜਦੋਂ ਆਪਾਂ ਕਰਦੇ ਹਾਂ ਤਾਂ ਉਹਦੇ ਨਾਲ ਜਿਹੜਾ ਹੈ ਕ੍ਰੌਪ ਦੀ ਜਿਹੜੀ ਜ਼ਮੀਨ ਦੀ ਉਪਜਾਊ ਸ਼ਕਤੀ ਬਣੀ ਰਹਿੰਦੀ ਆ। ਓਕੇ, ਉਸ ਤੋਂ ਬਾਅਦ ਹੈ ਬੇਟਾ ਜੀ ਕ੍ਰੌਪ ਰੋਟੇਸ਼ਨ, ਮਤਲਬ ਕਿ ਜਦੋਂ ਫਸਲ ਹੈ ਜਿਹੜੀ ਆਪਾਂ ਬਦਲ ਕੇ ਬੀਜਦੇ ਹਾਂ। ਹੁਣ ਤਾਂ ਬੇਟਾ ਜੀ ਕੀ ਹੋ ਰਿਹਾ ਹੈ, ਆਪਾਂ ਝੋਨਾ ਬੀਜਦੇ ਹਾਂ, ਝੋਨੇ ਤੋਂ ਬਾਅਦ ਕਣਕ ਤੋਂ ਬਾਅਦ ਫਿਰ ਝੋਨਾ, ਝੋਨੇ ਤੋਂ ਬਾਅਦ ਫਿਰ ਕਣਕ। ਇਹ ਕੀ ਆ, ਇਹ ਕ੍ਰੌਪ ਰੋਟੇਸ਼ਨ ਨਹੀਂ ਹੈ ਕਿ ਆਪਾਂ ਫਸਲ ਬਦਲ ਕੇ ਬੀਜੀਏ, ਉਹਦੇ ਨਾਲ ਜਿਹੜਾ ਹੈ ਆਪਣੀ ਜ਼ਮੀਨ ਦੀ ਉਪਜਾਊ ਸ਼ਕਤੀ ਬਰਕਰਾਰ ਰਹੇਗੀ। ਓਕੇ, ਉਸ ਤੋਂ ਬਾਅਦ ਹੈ ਬੇਟਾ ਜੀ ਉਹਨਾਂ ਨੇ ਦੱਸਿਆ ਓਵਰ ਯੂਜ਼ ਆਫ ਨੈਚੁਰਲ ਰਿਸੋਰਸਿਸ, ਆਪਾਂ ਆਪਣੇ ਜਿਹੜੇ ਕੁਦਰਤੀ ਸੋਮੇ ਆ ਉਹਨਾਂ ਨੂੰ ਬੜਾ ਜ਼ਿਆਦਾ ਲੋੜ ਤੋਂ ਵੱਧ ਵਰਤੀ ਜਾ ਰਹੇ ਹਾਂ। ਠੀਕ ਹੈ ਜੀ, ਹਿਊਮਨ ਪਾਪੂਲੇਸ਼ਨ ਹੈ ਉਹ ਬੜੀ ਜਲਦੀ ਵਧੀ ਜਾ ਰਹੀ ਹੈ, ਜਿਹਦੇ ਕਰਕੇ ਖਾਣੇ ਦੀ ਡਿਮਾਂਡ ਜਿਹੜੀ ਉਹ ਵੀ ਵੱਧ ਰਹੀ ਹੈ। ਜਦੋਂ ਖਾਣੇ ਦੀ ਡਿਮਾਂਡ ਵੱਧ ਰਹੀ ਹੈ ਤਾਂ ਆਪਾਂ ਚਾਹੁੰਦੇ ਹਾਂ ਕਿ ਆਪਣੀ ਵੱਧ ਤੋਂ ਵੱਧ ਜਗ੍ਹਾ ਹੈ ਉਹਦੇ ਵਿੱਚ ਕੀ ਆਵੇ ਵੀ ਆਪਾਂ ਫਸਲ ਉਗਾ ਸਕੀਏ। ਜਦੋਂ ਵੱਧ ਤੋਂ ਵੱਧ ਜਗ੍ਹਾ ਦੇ ਵਿੱਚ ਫਸਲ ਉਗਾਵਾਂਗੇ ਤਾਂ ਫਿਰ ਕੀ ਹੋਏਗਾ, ਆਪਾਂ ਨੂੰ ਜਿਹੜੇ ਰੁੱਖ ਕੱਟਣੇ ਪੈਣਗੇ, ਰੁੱਖਾਂ ਵਾਲੀ ਜਗ੍ਹਾ 'ਤੇ ਵੀ ਫਸਲ ਉਗਾਉਣੀ ਪਏਗੀ, ਜਾਂ ਹੋਰ ਫਰਟੀਲਾਈਜ਼ਰ ਵੱਧ ਪਾਵਾਂਗੇ, ਜਿਹਦੇ ਨਾਲ ਕੀ ਹੋਣਾ ਹੈ, ਸੋਇਲ ਜਿਹੜੀ ਆ ਉਹ ਖ਼ਰਾਬ ਹੋ ਜਾਣੀ ਆ, ਹਵਾ ਦੇ ਵਿੱਚ ਪੋਲਿਊਸ਼ਨ ਹੋ ਜਾਣਾ ਹੈ, ਪਾਣੀ 'ਚ ਪੋਲਿਊਸ਼ਨ ਹੋ ਸਕਦਾ ਹੈ। ਅਤੇ ਰੈਪਿਡ ਡੀਫੋਰੈਸਟੇਸ਼ਨ, ਮੰਨ ਲਓ ਹੁਣ ਜੰਗਲ ਸੀ ਪਹਿਲਾਂ ਬਹੁਤ ਜ਼ਿਆਦਾ, ਆਪਾਂ ਜੰਗਲਾਂ ਦੀ ਜਗ੍ਹਾ ਨੂੰ ਕੱਟ ਕੇ ਉੱਥੇ ਕੀ ਉਗਾਉਣ ਲੱਗ ਪਏ ਜੀ, ਫਸਲਾਂ ਉਗਾਉਣ ਲੱਗ ਪਏ। ਇਹਦੇ ਨਾਲ ਵੀ ਕੀ ਹੋ ਰਿਹਾ ਹੈ ਜੀ, ਨੁਕਸਾਨ ਹੋ ਰਿਹਾ ਹੈ ਜੀ। ਓਕੇ, ਉਸ ਤੋਂ ਬਾਅਦ ਉਹ ਕਹਿ ਰਿਹਾ ਕਿ ਜੇ ਆਪਾਂ ਕੋਈ ਚਾਹੁੰਦੇ ਹਾਂ ਨਾ ਕਿ ਵੱਧ ਤੋਂ ਵੱਧ ਫਸਲਾਂ ਪ੍ਰੋਡਿਊਸ ਕਰੀਏ ਤਾਂ ਆਪਾਂ ਨੂੰ ਸਾਇੰਟੀਫਿਕ ਮੈਥਡ ਵਰਤਣੇ ਚਾਹੀਦੇ ਆ। ਮੈਨਿਓਰ, ਫਰਟੀਲਾਈਜ਼ਰ, ਇਨਸੈਕਟੀਸਾਈਡ, ਪੈਸਟੀਸਾਈਡ ਅਤੇ ਵੈਡੀਸਾਈਡਸ ਇਹ ਯੂਜ਼ ਕਰਨੇ ਚਾਹੀਦੇ ਆ। ਪਰ ਇਹਨਾਂ ਸਾਰਿਆਂ ਦੇ ਕੋਈ ਗਲਤ ਪ੍ਰਭਾਵ ਜਿਹੜੇ ਇਨਵਾਇਰਮੈਂਟ ਦੇ ਉੱਪਰ ਪੈ ਰਹੇ ਆ ਉਹਨਾਂ ਨੂੰ ਵੀ ਧਿਆਨ ਦੇ ਵਿੱਚ ਰੱਖਣਾ ਚਾਹੀਦਾ ਹੈ, ਅਤੇ ਬਹੁਤ ਥੋੜ੍ਹੀ ਅਮਾਊਂਟ ਦੇ ਵਿੱਚ ਵੀ ਇਹਨਾਂ ਨੂੰ ਯੂਜ਼ ਕਰਨਾ ਚਾਹੀਦਾ ਹੈ। ਠੀਕ ਹੈ ਜੀ, ਸੋ ਇਹ ਬੇਟਾ ਜੀ ਸਾਡਾ ਚੈਪਟਰ ਸੀ। ਆਪਾਂ ਚੈਪਟਰ 5th ਕੰਪਲੀਟ ਕਰ ਲਿਆ ਹੋਇਆ ਹੈ, ਫੂਡ ਪ੍ਰੋਡਕਸ਼ਨ। ਠੀਕ ਹੈ ਜੀ, ਸੋ ਸਾਰੇ ਬੱਚਿਆਂ ਨੇ ਜਿਹੜਾ ਹੈ ਉਹ ਕੀ ਕੰਮ ਕਰਨਾ ਹੈ,
ਸੋਇਲ ਫਰਟੀਲਿਟੀ ਵਾਲਾ ਜਿਹੜਾ ਹੈ ਉਹ ਪੈਰਾਗ੍ਰਾਫ ਸਾਰਾ ਦਾ ਸਾਰਾ ਇੱਕ ਤਰ੍ਹਾਂ ਨਾਲ ਤੁਸੀਂ ਐਜ਼ ਆ ਰਾਈਟਿੰਗ ਪੇਜ ਕਰਨਾ ਹੈ। ਰਾਈਟਿੰਗ ਪੇਜ ਕਰੋਗੇ ਤਾਂ ਨਾਲ ਤੁਸੀਂ ਇਹ 3 ਪੁਆਇੰਟਸ ਜਿਹੜੇ ਆ ਉਹ ਚੰਗੀ ਤਰ੍ਹਾਂ ਪੜ੍ਹਨੇ ਨੇ। ਠੀਕ ਹੈ ਜੀ, ਓਕੇ। ਰਾਈਟਿੰਗ ਪੇਜ ਕਰਨਾ ਹੈ ਸੋਇਲ ਫਰਟੀਲਿਟੀ ਵਾਲਾ ਸਾਰਾ ਦਾ ਸਾਰਾ, ਸੋਇਲ ਫਰਟੀਲਿਟੀ ਤੋਂ ਲੈ ਕੇ ਅਲਟਰਨੇਟਿਵਲੀ ਤੱਕ। ਓਕੇ, ਸੋ ਬੇਟਾ ਜੀ ਇਹ ਹੋ ਗਿਆ ਜੀ ਆਪਣਾ ਚੈਪਟਰ, ਅਤੇ ਤੁਹਾਨੂੰ ਹੋਮਵਰਕ ਵੀ ਮੈਂ ਦੱਸ ਚੁੱਕਾ ਹੈ। ਸੋ ਅੱਜ ਲਈ ਇੰਨਾ ਹੀ। ਥੈਂਕ ਯੂ ਐਂਡ ਹੈਵ ਅ ਨਾਈਸ ਡੇ।